ਜਦੋਂ ਆਪਾਂ ਰੋਡ ਉੱਪਰ ਦੀ ਆਪਣੇ ਵਾਹਨ ਆਪਣੇ ਮੋਟਰਸਾਈਕਲ ਗੱਡੀ ਉੱਪਰ ਦੀ ਜਾ ਰਹੇ ਹੁੰਦੇ ਹਾਂ ਤਾਂ ਸਾਡੇ ਵਿੱਚੋਂ ਬਹੁਤੇ ਲੋਕ ਜੋ ਪੁਲਿਸ ਦੇ ਨਾਕੇ ਲੱਗੇ ਹੁੰਦੇ ਹਨ ਉਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ, ਉਸ ਨਾਕੇ ਨੂੰ ਕੱਟ ਕੇ ਲੰਘਣ ਦੀ ਕੋਸ਼ਿਸ਼ ਕਰਦੇ ਹਨ। ਉਹਦਾ ਕਾਰਨ ਇਹ ਹੁੰਦਾ ਕਿ ਜੋ ਆਪਣੇ ਵਹੀਕਲ ਦੇ ਆਪਣੇ ਵਾਹਨ ਦੇ ਜੋ ਜ਼ਰੂਰੀ ਕਾਗਜ਼ ਨੇ ਉਹ ਲੋਕਾਂ ਕੋਲੇ ਪੂਰੇ ਨਹੀਂ ਹੁੰਦੇ, ਜਿਵੇਂ ਆਰਸੀ, ਪੋਲਿਊਸ਼ਨ ਬੀਮਾ ਤੇ ਉਸ ਵਿਅਕਤੀ ਜੋ ਵਾਹਨ ਨੂੰ ਚਲਾ ਰਿਹਾ ਉਸ ਦਾ ਡਰਾਈਵਿੰਗ ਲਾਇਸੈਂਸ। ਇਸ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਕਿ ਪੁਲਿਸ ਬੀਮਾ ਨਾ ਹੋਣ ਦੇ ਸੂਰਤ ਦੇ ਵਿੱਚ ਤੁਹਾਡੇ ਵਾਹਨ ਦਾ ਜੇ ਬੀਮਾ ਨਹੀਂ ਹੈ ਤਾਂ ਤੁਹਾਡਾ ਚਲਾਨ ਕਿਉਂ ਕੱਟਦੀ ਹੈ। ਇਸ ਦੇ ਨਾਲ ਪੁਲਿਸ ਨੂੰ ਕੀ ਫਾਇਦਾ ਹੁੰਦਾ ਹੈ ਕਿ ਤੁਹਾਡਾ ਚਲਾਨ ਪੁਲਿਸ ਨੇ ਬੀਮਾ ਨਾ ਹੋਣ ਦੀ ਸੂਰਤ ਦੇ ਵਿੱਚ ਕੱਟ ਦਿੱਤਾ। ਤਾਂ ਇਸ ਦੇ ਬਾਰੇ ਅੱਜ ਆਪਾਂ ਪੂਰੀ ਚੰਗੀ ਤਰੀਕੇ ਨਾਲ ਗੱਲ ਕਰਾਂਗੇ ਕਿ ਵਾਹਨ ਦਾ ਬੀਮਾ ਕਰਾਉਣਾ ਕਿਉਂ ਜ਼ਰੂਰੀ ਹੈ, ਕੀ ਕਾਰਨ ਹੈ ਕਿ ਪੁਲਿਸ ਇਸ ਦਾ ਚਲਾਨ ਕੱਟਦੀ ਹੈ ਬੀਮਾ ਨਾ ਹੋਣ ਦੇ ਕਰਕੇ, ਤੇ ਇਸ ਦੇ ਬਾਰੇ ਹੋਰ ਕੀ ਇਹਦੇ ਵਿੱਚ ਮੱਦਾਂ ਨੇ, ਇਸ ਦੇ ਵਿੱਚ ਜਾਣਕਾਰੀ ਹੈ ਤਾਂ ਕਿ ਆਪਾਂ ਨੂੰ ਜਿਹੜਾ ਇਹ ਬੀਮਾ ਕਰਾਉਣਾ ਕਿਉਂ ਜ਼ਰੂਰੀ ਹੁੰਦਾ ਹੈ। ਵਾਹਨ ਦਾ ਵਹੀਕਲ ਦਾ ਮੋਟਰਸਾਈਕਲ ਗੱਡੀ ਟਰੱਕ ਕਾਰ ਬੱਸ ਦਾ ਜੋ ਬੀਮਾ ਹੁੰਦਾ ਹੈ ਦੋ ਤਰੀਕੇ ਨਾਲ ਹੁੰਦਾ ਹੈ। ਇੱਕ ਤਾਂ ਥਰਡ ਪਾਰਟੀ, ਇੱਕ ਫੁੱਲ ਦੇ ਵਿੱਚ ਵੀ ਥਰਡ ਪਾਰਟੀ ਆ ਜਾਂਦਾ ਹੈ। ਜੋ ਥਰਡ ਪਾਰਟੀ ਹੁੰਦਾ ਹੈ ਮੋਟਰ ਵਹੀਕਲ ਐਕਟ 1988 ਦੇ ਤਹਿਤ ਕਰਾਉਣਾ ਹੈ, ਸਰਕਾਰ ਵੱਲੋਂ ਕੰਪਲਸਰੀ ਹੈ, ਜ਼ਰੂਰੀ ਕੀਤਾ ਹੋਇਆ ਹੈ। ਇਸ ਦਾ ਕਾਰਨ ਹੁੰਦਾ ਹੈ ਕਿ ਜਦੋਂ ਆਪਾਂ ਰੋਡ ਤੇ ਆਪਣਾ ਮੋਟਰਸਾਈਕਲ ਗੱਡੀ ਆਪਣਾ ਕੋਈ ਵੀ ਵਾਹਨ ਲੈ ਕੇ ਜਾਂਦੇ ਹਾਂ ਤਾਂ ਅਚਨਚੇਤ ਜੇਕਰ ਆਪਣੇ ਤੋਂ ਕਿਸੇ ਵਿਅਕਤੀ ਨਾਲ ਐਕਸੀਡੈਂਟ ਹੋ ਜਾਵੇ, ਉਸ ਦੀ ਸਾਹਮਣੇ ਵਾਲੇ ਦੀ ਮੌਤ ਹੋ ਜਾਵੇ ਜਾਂ ਉਹ ਫੱਟੜ ਹੋ ਜਾਵੇ ਜਾਂ ਉਸ ਦਾ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋ ਜਾਵੇ ਤਾਂ ਜੇਕਰ ਆਪਣਾ ਥਰਡ ਪਾਰਟੀ ਬੀਮਾ ਕਰਵਾਇਆ ਹੋਇਆ ਹੈ ਆਪਣੇ ਵਾਹਨ ਦਾ ਤਾਂ ਸਾਹਮਣੇ ਵਾਲੀ ਪਾਰਟੀ ਸਾਹਮਣੇ ਵਾਲੇ ਵਿਅਕਤੀ ਦਾ ਜਿਸ ਦਾ ਨੁਕਸਾਨ ਹੋਇਆ ਹੈ, ਜਾਨੀ ਜਾਂ ਮਾਲੀ ਨੁਕਸਾਨ ਹੋਇਆ ਹੈ, ਤਾਂ ਉਸ ਦੀ ਜਿਹੜੀ ਭਰਪਾਈ ਹੈ ਉਸ ਦਾ ਮੁਆਵਜ਼ਾ ਆਪਣੀ ਬੀਮਾ ਕੰਪਨੀ ਦਿੰਦੀ ਹੈ। ਪਰ ਜੇਕਰ ਇਹੀ ਆਪਣਾ ਬੀਮਾ ਨਾ ਹੋਇਆ ਹੋਵੇ, ਆਪਣੇ ਮੋਟਰਸਾਈਕਲ ਗੱਡੀ ਦਾ ਬੀਮਾ ਨਾ ਹੋਇਆ ਹੋਵੇ ਤਾਂ ਜਿਹੜਾ ਮੁਆਵਜ਼ਾ ਸਾਹਮਣੇ ਵਾਲੇ ਨੂੰ ਆਪਾਂ ਨੂੰ ਆਪਣੀ ਜੇਬ ਦੇ ਵਿੱਚੋਂ ਦੇਣਾ ਪੈ ਸਕਦਾ ਹੈ। ਆਪਾਂ ਨੂੰ ਤਾਂ ਮਤਲਬ ਇਹ ਨਹੀਂ ਹੈ ਕਿ ਜੋ ਵਿਅਕਤੀ ਜੋ ਉਸ ਗੱਡੀ ਮੋਟਰਸਾਈਕਲ ਨੂੰ ਡਰਾਈਵ ਕਰ ਰਿਹਾ, ਜੋ ਡਰਾਈਵਰ ਉਸ ਗੱਡੀ ਮੋਟਰਸਾਈਕਲ ਦਾ ਜੋ ਮਾਲਕ ਹੈ, ਜਿਸ ਦੇ ਨਾਮ ਤੇ ਗੱਡੀ ਮੋਟਰਸਾਈਕਲ ਇਸ਼ੂ ਹੈ ਆਰਟੀਓ ਦੇ ਵਿੱਚ, ਤਾਂ ਉਸ ਵਿਅਕਤੀ ਨੂੰ ਸਾਹਮਣੇ ਵਾਲੀ ਪਾਰਟੀ ਨੂੰ ਪੀੜਤ ਨੂੰ ਮੁਆਵਜ਼ਾ ਦੇਣਾ ਪੈਂਦਾ ਹੈ। ਇਸ ਲਈ ਥਰਡ ਪਾਰਟੀ ਬੀਮਾ ਸਰਕਾਰ ਵੱਲੋਂ ਇਹ ਜ਼ਰੂਰੀ ਕੀਤਾ ਗਿਆ ਹੈ ਕਿ ਜੇਕਰ ਤੁਹਾਡੇ ਕੋਲ ਤੁਸੀਂ ਵਹੀਕਲ ਤਾਂ ਲਿਆ ਹੋਇਆ, ਤੁਸੀਂ ਉਸ ਨੂੰ ਚਲਾ ਰਹੇ ਹੋ, ਪਰ ਜੇਕਰ ਤੁਹਾਡੇ ਵਹੀਕਲ ਨਾਲ ਸਾਹਮਣੇ ਵਾਲੇ ਕਿਸੇ ਬੰਦੇ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਤੁਹਾਨੂੰ ਆਪਦੀ ਜੇਬ 'ਚੋਂ ਪੈਸੇ ਨਾ ਦੇਣੇ ਪੈਣ ਤੇ ਜੋ ਤੁਹਾਡੀ ਭਰਪਾਈ ਹੈ ਸਾਹਮਣੇ ਵਾਲੇ ਦੇ ਨੁਕਸਾਨ ਦੀ ਤਾਂ ਤੁਹਾਨੂੰ ਨਾ ਕਰਕੇ ਜੋ ਤੁਹਾਡੀ ਬੀਮਾ ਕੰਪਨੀ ਹੈ ਉਹ ਸਾਹਮਣੇ ਵਾਲੀ ਪਾਰਟੀ ਨੂੰ ਉਸ ਨੁਕਸਾਨ ਦੀ ਭਰਪਾਈ ਉਸ ਦੇ ਮੁਤਾਬਿਕ ਕਰ ਦੇਵੇਗੀ ਕਿ ਉਸ ਦਾ ਨੁਕਸਾਨ ਕਿੰਨਾ ਕੁ ਹੋਇਆ ਹੈ। ਆਪਾਂ ਇੱਕ ਉਦਾਹਰਨ ਦੇ ਨਾਲ ਇਸ ਨੂੰ ਸੌਖੇ ਤਰੀਕੇ ਨਾਲ ਸਮਝਦੇ ਹਾਂ। ਮੰਨ ਲਓ ਇੱਕ ਵਿਅਕਤੀ ਹੈ, ਉਸ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ, ਉਹ ਮੋਟਰਸਾਈਕਲ ਤੇ ਜਾ ਰਿਹਾ ਹੁੰਦਾ ਹੈ ਤੇ ਉਸ ਦੇ ਵਿੱਚ ਆ ਕੇ ਕਿਸੇ ਕਾਰ ਵਾਲੇ ਨੇ ਆਪਣੀ ਕਾਰ ਮਾਰ ਦਿੱਤੀ ਤੇ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਕਿਸ ਹਿਸਾਬ ਨਾਲ ਜਿਹੜੀ ਬੀਮਾ ਕੰਪਨੀ ਉਹ ਮੁਆਵਜ਼ਾ ਦੇਵੇਗੀ। ਜੇਕਰ ਉਸ ਕਾਰ ਦਾ ਇੰਸ਼ੋਰੈਂਸ ਹੋਇਆ ਹੋਇਆ ਥਰਡ ਪਾਰਟੀ ਬੀਮਾ ਹੈ ਤਾਂ ਬੀਮਾ ਕੰਪਨੀ ਉਸ ਨੂੰ ਮੁਆਵਜ਼ਾ ਦੇਵੇਗੀ। ਮੰਨ ਲਓ ਉਸ ਬੰਦੇ ਦੀ ਉਮਰ 40 ਸਾਲ ਹੈ ਤੇ ਉਸ ਦੀ ਸਾਲਾਨਾ ਆਮਦਨ ਸਾਰੇ ਵਸੀਲਿਆਂ ਤੋਂ 5 ਲੱਖ ਰੁਪਏ ਹੈ ਤਾਂ ਮੰਨ ਕੇ ਚਲੋ ਆਪਣੇ ਜੋ ਮੰਨਿਆ ਜਾਂਦਾ ਹੈ ਸਰਕਾਰੀ ਤੌਰ ਤੇ ਕਿ ਵਿਅਕਤੀ ਨੇ 60 ਸਾਲ ਦੀ ਉਮਰ ਤੱਕ ਆਪਣਾ ਕੰਮ ਕਰਕੇ ਜੋ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੁੰਦਾ ਹੈ ਤਾਂ 5 ਲੱਖ ਦੇ ਹਿਸਾਬ ਨਾਲ ਉਸ ਦੀ 20 ਸਾਲਾਂ ਦੀ ਆਮਦਨ ਜੋ ਉਸਦੇ 60 ਸਾਲ ਦੇ ਹੋਣ ਦੇ ਵਿੱਚ 40 ਤੋਂ ਲੈ ਕੇ 60 ਸਾਲ ਤੱਕ 20 ਸਾਲ ਰਹਿੰਦੇ ਸੀ ਤਾਂ ਉਸਦੀ 1 ਕਰੋੜ ਰੁਪਏ ਆਮਦਨ ਬਣਦੀ ਹੈ। ਤਾਂ ਉਸ ਦੇ ਮੁਤਾਬਕ ਬੀਮਾ ਕੰਪਨੀ ਜੋ ਅੱਗੇ ਉਸ ਦੇ ਵਿੱਚ ਕਲੇਮ ਲੌਜ ਹੁੰਦਾ ਹੈ, ਕਲੇਮ ਭੇਜਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਇਸ 'ਤੇ ਪੁਲਿਸ ਕੰਪਲੇਂਟ ਹੁੰਦੀ ਹੈ ਕਿਉਂਕਿ ਐਕਸੀਡੈਂਟ ਦੇ ਵਿੱਚ ਹਰ ਇੱਕ 'ਚ ਪੁਲਿਸ ਕੰਪਲੇਂਟ ਕਰਨਾ ਲਾਜ਼ਮੀ ਹੁੰਦਾ ਹੈ। ਤਾਂ ਇਹ ਕੇਸ ਅੱਗੇ ਕੋਰਟ ਦੇ ਵਿੱਚ ਜਾਂਦਾ ਹੈ। ਕੋਰਟ ਦੇ ਵਿੱਚ ਖਾਸ ਟ੍ਰਿਬਿਊਨਲ ਬਣੇ ਹੋਏ ਹਨ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਨੂੰ MACT ਜਾਨੀ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਕਿਹਾ ਜਾਂਦਾ ਹੈ ਤੇ ਉੱਥੇ ਜਾ ਕੇ ਇਹ ਜੋ ਮੁਆਵਜ਼ਾ ਉਹ ਬੀਮਾ ਕੰਪਨੀ ਤੋਂ ਜੋ ਪੀੜਤ ਪਰਿਵਾਰ ਹੈ ਉਸ ਨੂੰ ਦਵਾਇਆ ਜਾਂਦਾ ਹੈ, ਪੀੜਤ ਵਿਅਕਤੀ ਨੂੰ ਦਵਾਇਆ ਜਾਂਦਾ ਹੈ ਕਿ ਉਸ ਦੀ ਆਮਦਨ ਦੇ ਅਨੁਸਾਰ ਉਸ ਦਾ ਕਿੰਨਾ ਮੁਆਵਜ਼ਾ ਬਣਦਾ ਹੈ। ਜਿਵੇਂ ਆਪਾਂ ਪਹਿਲਾਂ ਗੱਲ ਤੁਹਾਨੂੰ ਦੱਸ ਰਹੇ ਸੀ ਕਿ ਉਸ ਵਿਅਕਤੀ ਦਾ ਜੇ ਐਕਸੀਡੈਂਟ ਹੋ ਜਾਂਦਾ ਤੇ ਐਕਸੀਡੈਂਟ ਦੇ ਵਿੱਚ ਉਸ ਮੋਟਰਸਾਈਕਲ ਵਾਲੇ ਦੀ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਂਦੀ ਹੈ ਤਾਂ ਉਹਦੀ 20 ਸਾਲਾਂ ਦੀ ਆਮਦਨ ਜੋ ਉਹ ਸਮੇਂ ਤੋਂ ਪਹਿਲਾਂ ਉਹਦੀ ਆਮਦਨ ਬੰਦ ਹੋ ਗਈ ਪਰਿਵਾਰ ਨੂੰ, ਜੋ ਉਸਨੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਸੀ ਤਾਂ 1 ਕਰੋੜ ਬਣਦੀ ਹੈ। ਉਹਦੇ ਵਿੱਚੋਂ ਕੁਝ ਪੈਸੇ ਘਟਾ ਕੇ ਕਿਉਂਕਿ ਉਹ 5 ਲੱਖ ਦੇ ਵਿੱਚੋਂ ਆਪਦੇ ਤੇ ਵੀ ਖਰਚ ਕਰ ਰਿਹਾ ਹੋਏਗਾ ਕਿਉਂਕਿ ਉਹ ਬੰਦਾ ਨਹੀਂ ਰਿਹਾ ਤੇ ਹੁਣ
ਉਸ ਦੇ ਵਿੱਚ ਕੈਲਕੂਲੇਟ ਉਸ ਦੇ ਵਿੱਚ ਗਣਨਾ ਕੀਤੀ ਜਾਂਦੀ ਹੈ ਕਿ ਇਸ ਵਿਅਕਤੀ ਦੇ ਪਰਿਵਾਰ ਦੇ ਵਿੱਚ ਕਿੰਨੇ ਜੀ ਸੀ ਤੇ ਕਿੰਨੇ ਜੀਆਂ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਤਾਂ ਕੋਰਟ ਵੱਲੋਂ ਉਨੀ ਰਾਸ਼ੀ ਪਲੱਸ ਉਸ ਦਾ ਜੇ ਇਲਾਜ ਤੇ ਕੋਈ ਖਰਚਾ ਹੋਇਆ ਹੈ ਤਾਂ ਬੀਮਾ ਕੰਪਨੀ ਤੋਂ ਮੁਆਵਜ਼ਾ ਦਿਵਾਉਂਦੀ ਹੈ। ਉਸ ਦੇ ਵਿੱਚ ਜਿੱਦਾਂ ਆਪਾਂ ਮੰਨ ਲਈਏ 1 ਕਰੋੜ ਰੁਪਇਆ ਉਸ ਦੀ ਆਮਦਨ ਹੋਣੀ ਸੀ 20 ਸਾਲਾਂ ਦੇ ਵਿੱਚ, ਆਉਣ ਵਾਲੇ 20 ਸਾਲਾਂ 'ਚ, ਪਰ ਉਸ ਦੀ ਮੌਤ 40 ਸਾਲ ਦੀ ਉਮਰ ਦੇ ਵਿੱਚ ਹੀ ਹੋ ਗਈ। ਤਾਂ 1 ਕਰੋੜ ਦੇ ਵਿੱਚੋਂ 20 ਲੱਖ ਦੇ ਕਰੀਬ ਲਗਭਗ ਉਹ ਉਸ ਟਾਈਮ ਤੇ ਦੇਖਿਆ ਜਾਂਦਾ ਕਾਗਜ਼ਾਂ ਦੇ ਅਨੁਸਾਰ ਕਿ ਉਸ ਦੀ ਆਮਦਨ ਕੱਢ ਕੇ 80 ਲੱਖ ਰੁਪਇਆ, 20 ਲੱਖ ਰੁਪਇਆ ਉਸ ਦੀ ਖੁਦ ਦੀ ਜਿਹੜੀ ਖਰਚਾ ਸੀ ਉਸ ਨੂੰ ਕੱਢ ਦਿੱਤਾ ਜਾਂਦਾ ਹੈ। 80 ਲੱਖ ਰੁਪਇਆ ਪਲੱਸ ਉਹਦੇ ਵਿੱਚ ਜੋ ਉਸ ਦੇ ਇਲਾਜ ਤੇ ਜੇ ਕੋਈ ਖਰਚਾ ਹੋਇਆ ਤੇ ਹੋਰ ਭੱਤੇ ਪਾ ਕੇ ਕੋਰਟ ਵੱਲੋਂ ਉਸਦੇ ਪਰਿਵਾਰ ਨੂੰ MACT ਕੇਸ ਦੇ ਵਿੱਚ ਬੀਮਾ ਕੰਪਨੀ ਤੋਂ ਦਵਾਏ ਜਾਂਦੇ ਹਨ, ਜੋ ਜਿਸ ਦਾ ਕਿ ਥਰਡ ਪਾਰਟੀ ਬੀਮਾ ਸਾਹਮਣੇ ਵਾਲੇ ਵਹੀਕਲ ਦਾ ਹੋਇਆ ਹੁੰਦਾ ਹੈ। ਤਾਂ ਇਹ ਫਾਇਦਾ ਹੁੰਦਾ ਹੈ ਕਿ ਥਰਡ ਪਾਰਟੀ ਬੀਮਾ ਕਰਾਉਣ ਦਾ। ਇਸ ਦੇ ਵਿੱਚ ਜ਼ਰੂਰੀ ਨਹੀਂ ਜੇਕਰ ਡੈਥ ਹੀ ਹੋ ਜਾਵੇ ਬੰਦੇ ਦੀ, ਜੇ ਮੰਨ ਲਓ ਬੰਦਾ ਪੂਰਨ ਤੌਰ ਤੇ ਅਪੰਗ ਹੋ ਜਾਵੇ, ਉਸਦੇ ਅੰਗਾਂ ਦਾ ਨੁਕਸਾਨ ਹੋ ਜਾਵੇ ਜਾਂ ਉਹ ਕੁਝ ਸਮੇਂ ਲਈ ਡਿਸੇਬਲ ਹੋ ਜਾਵੇ, ਅਪੰਗ ਹੋ ਜਾਵੇ ਆਪਣੇ ਕੰਮਕਾਜ ਤੋਂ, ਤਾਂ ਵੀ ਬੀਮਾ ਕੰਪਨੀ ਵੱਲੋਂ ਉਸ ਨੂੰ ਕਲੇਮ ਦਿੱਤਾ ਜਾਂਦਾ ਹੈ ਕੋਰਟ ਦੇ ਥਰੂ। ਪਰ ਇਹਦੇ ਵਿੱਚ ਇੱਕ ਹੋਰ ਵੀ ਗੱਲ ਹੈ ਕਿ ਬੀਮਾ ਕੰਪਨੀ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਉਹ ਕਲੇਮ ਦੇਵੇਗੀ, ਪਰ ਜੇਕਰ ਮੰਨ ਲਓ ਤੁਸੀਂ ਗੱਡੀ ਹੈ ਸ਼ਰਾਬ ਪੀ ਕੇ ਚਲਾ ਰਹੇ ਹੋ ਜਾਂ ਸਾਹਮਣੇ ਵਾਲਾ ਜੋ ਪੀੜਤ ਹੈ ਜਿਸ ਦੀ ਡੈਥ ਹੋਈ ਹੈ ਜਾਂ ਜਿਸ ਦੇ ਸੱਟਾਂ ਵੱਜੀਆਂ ਨੇ, ਫੱਟੜ ਹੋਇਆ, ਉਹ ਬੰਦਾ ਸ਼ਰਾਬ ਪੀ ਕੇ ਚਲਾ ਰਿਹਾ ਸੀ ਆਪਣਾ ਵਹੀਕਲ ਜਾਂ ਸ਼ਰਾਬ ਪੀ ਕੇ ਰੋਡ ਤੇ ਸੀ, ਤਾਂ ਉਸ ਮਾਮਲੇ ਦੇ ਵਿੱਚ, ਉਸ ਸਥਿਤੀ ਦੇ ਵਿੱਚ ਬੀਮਾ ਕੰਪਨੀ ਵੱਲੋਂ ਕਲੇਮ ਰਿਜੈਕਟ ਕਰ ਦਿੱਤਾ ਜਾਂਦਾ। ਕਾਰਨ ਇਹ ਹੁੰਦਾ ਕਿਉਂਕਿ ਤੁਸੀਂ ਜੋ ਮੋਟਰ ਵਹੀਕਲ ਜਿਹੜੇ ਰੋਡ ਦੇ ਆਪਣੇ ਨਿਯਮ ਨੇ ਉਹਨਾਂ ਦੀ ਉਲੰਘਣਾ ਕੀਤੀ ਹੁੰਦੀ ਹੈ। ਨਸ਼ੇ ਦੀ ਹਾਲਤ ਦੇ ਵਿੱਚ ਜੇ ਕੋਈ ਵਿਅਕਤੀ ਗੱਡੀ ਵਗੈਰਾ ਚਲਾ ਰਿਹਾ ਤਾਂ ਬੀਮਾ ਕੰਪਨੀ ਵੱਲੋਂ ਉਸ ਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਚਾਹੇ ਉਹ ਥਰਡ ਪਾਰਟੀ ਹੀ ਹੋਵੇ। ਇਸ ਦੇ ਨਾਲ ਇੱਕ ਹੋਰ ਜਾਣਕਾਰੀ ਵੀ ਦਿੰਦੇ ਆ ਕਿ ਜਿਹੜਾ ਥਰਡ ਪਾਰਟੀ ਬੀਮੇ ਦੇ ਵਿੱਚ ਅੱਜ ਕੱਲ੍ਹ ਫਰਾਡ ਹੋ ਰਿਹਾ, ਬਹੁਤ ਜ਼ਿਆਦਾ ਫਰਾਡ ਹੋ ਰਿਹਾ। ਉਹਦਾ ਕਾਰਨ ਹੈ ਕਿ ਲੋਕਾਂ ਨੂੰ ਲੱਗਦਾ ਕਿ ਥਰਡ ਪਾਰਟੀ ਬੀਮਾ ਕਰਾਉਣਾ ਸਾਡੇ ਲਈ ਇੱਕ ਬੋਝ ਹੈ। ਉਹਨਾਂ ਨੂੰ ਨਹੀਂ ਪਤਾ ਕਿ ਇਸ ਦੇ ਜਿਹੜੇ ਫਾਇਦੇ ਨੇ ਉਹ ਕੀ ਹਨ। ਤਾਂ ਇਹ ਫਾਇਦੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ। ਇਹਦਾ ਜਿਹੜਾ ਰੇਟ ਹੈ ਥਰਡ ਪਾਰਟੀ ਬੀਮੇ ਦਾ ਤੁਹਾਡੇ ਵਹੀਕਲ ਦੇ ਅਨੁਸਾਰ, ਜਿੱਦਾਂ ਮੋਟਰਸਾਈਕਲ, ਗੱਡੀ ਦਾ, ਬੱਸ, ਟਰੱਕ ਦਾ, ਜਿਹੜਾ ਇੱਕ ਸਰਕਾਰ ਵੱਲੋਂ ਫਿਕਸ ਹੁੰਦਾ ਹੈ, ਚਾਹੇ ਤੁਸੀਂ ਕਿਸੇ ਵੀ ਬੀਮਾ ਕੰਪਨੀ ਤੋਂ ਬੀਮਾ ਕਰਾਓ। ਪਰ ਮਾਰਕੀਟ ਦੇ ਵਿੱਚ ਅੱਜ ਕੱਲ੍ਹ ਜਾਲੀ ਤੌਰ ਤੇ ਬੀਮਾ ਪਾਲਿਸੀਆਂ ਕੱਟੀਆਂ ਜਾਂਦੀਆਂ ਨੇ ਸਸਤੇ ਦੇ ਵਿੱਚ, ਅਤੇ ਲੋਕ ਸਸਤਾ ਦੇਖ ਕੇ ਬਿਨਾਂ ਕਿਸੇ ਚੈੱਕ ਕੀਤੇ ਉਹ ਜਾਲੀ ਪਾਲਿਸੀਆਂ ਅੱਧ ਮੁੱਲ ਦੇ ਰੇਟਾਂ ਦੇ ਵਿੱਚ ਬਣਵਾ ਰਹੇ ਹਨ। ਆਨਲਾਈਨ ਵੀ ਖਰੀਦੀਆਂ ਜਾ ਰਹੀਆਂ ਹਨ, ਪਰ ਉਹ ਜਿਹੜੀਆਂ ਬੀਮਾ ਪਾਲਿਸੀਆਂ ਨੇ ਤੁਹਾਡੇ ਕੋਲ ਇੱਕ ਸਿਰਫ ਕਾਗਜ਼ ਹੀ ਹੁੰਦਾ, ਉਹ ਵੈਲਿਡ ਨਹੀਂ ਹੁੰਦੀਆਂ। ਕਲੇਮ ਹੋਣ ਦੀ ਸੂਰਤ ਵਿੱਚ ਬੀਮਾ ਕੰਪਨੀ ਤੁਹਾਨੂੰ ਕਲੇਮ ਨਹੀਂ ਦਿੰਦੀ, ਕਿਉਂਕਿ ਉਹ ਜਾਲੀ ਪਾਲਿਸੀਆਂ ਹਨ, ਬੀਮਾ ਕੰਪਨੀ ਵੱਲੋਂ ਨਹੀਂ ਬਲਕਿ ਠੱਗਾਂ ਵੱਲੋਂ ਕੱਟੀਆਂ ਗਈਆਂ ਹੁੰਦੀਆਂ ਹਨ। ਤੁਸੀਂ ਜੇ ਆਪਦੀ ਬੀਮਾ ਪਾਲਿਸੀ ਦੀ ਵੈਧਤਾ, ਉਸਦੀ ਵੈਲਿਡਿਟੀ, ਆਥੈਂਟਿਸਿਟੀ ਜਾਣਨੀ ਹੈ ਤਾਂ ਤੁਸੀਂ ਐਮ ਪਰਿਵਹਨ ਜੋ ਪੋਰਟਲ ਹੈ, ਸਰਕਾਰ ਦਾ ਪੋਰਟਲ ਹੈ, ਜਿੱਥੇ ਤੁਸੀਂ ਆਪਦੀ ਵਹੀਕਲ ਦੀ, ਆਪਣੇ ਲਾਇਸੈਂਸ ਦੀ ਅਤੇ ਹੋਰ ਡਿਟੇਲਸ ਜਾਣ ਸਕਦੇ ਹੋ। ਤਾਂ ਉੱਥੇ ਤੁਸੀਂ ਆਪਣੀ ਵਹੀਕਲ ਡਿਟੇਲ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਗੱਡੀ, ਮੋਟਰਸਾਈਕਲ ਦਾ ਨੰਬਰ ਭਰੋ ਜਿਸ ਦਾ ਤੁਸੀਂ ਬੀਮਾ ਕਰਵਾਇਆ ਹੋਇਆ ਹੈ, ਤਾਂ ਉੱਥੇ ਤੁਹਾਨੂੰ ਪੂਰੀ ਜਾਣਕਾਰੀ ਉਸ ਦੇ ਵਿੱਚ ਆ ਜਾਵੇਗੀ। ਤੇ ਉੱਥੇ ਇੱਕ ਸੈਕਸ਼ਨ ਦੇ ਵਿੱਚ ਤੁਹਾਨੂੰ ਇਹ ਵੀ ਲਿਖਿਆ ਆ ਜਾਵੇਗਾ ਕਿ ਤੁਹਾਡੀ ਗੱਡੀ, ਮੋਟਰਸਾਈਕਲ ਦਾ ਜੋ ਵਾਹਨ ਦਾ ਬੀਮਾ ਹੈ ਜਾਂ ਨਹੀਂ ਹੈ, ਤੇ ਜੇ ਹੈ ਤਾਂ ਕਿੰਨੀ ਤਰੀਕ ਤੱਕ ਵੈਲਿਡਿਟੀ ਹੈ। ਹਾਲ ਹੀ ਦੇ ਵਿੱਚ ਇੱਕ ਖਬਰ ਆਈ ਸੀ ਕਿ ਜੋ ਲੋਕਾਂ ਨੇ ਆਪਣੇ ਵਾਹਨਾਂ ਦੇ ਥਰਡ ਪਾਰਟੀ ਬੀਮੇ ਨਹੀਂ ਕਰਾਏ ਹੋਏ, ਤਾਂ ਜੋ ਸਟੇਟ ਟਰਾਂਸਪੋਰਟ ਡਿਪਾਰਟਮੈਂਟ ਹੈ ਉਹਨਾਂ ਨੂੰ ਨੋਟਿਸ ਭੇਜੇਗਾ ਉਹਨਾਂ ਦੇ ਘਰੋਂ ਘਰੀ, ਕਿਉਂਕਿ ਬਹੁਤੇ ਵਾਹਨ ਨੇ ਜਿਹੜੇ ਆਪਣੇ ਪੰਜਾਬ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ ਚੱਲ ਰਹੇ ਹਨ, ਉਹਨਾਂ ਦਾ ਕੋਈ ਵੀ ਥਰਡ ਪਾਰਟੀ ਬੀਮਾ ਨਹੀਂ ਹੈ, ਕਿਉਂਕਿ ਹਰ ਇੱਕ ਵਾਹਨ ਦੀ ਚੈਕਿੰਗ ਨਹੀਂ ਹੋ ਸਕਦੀ। ਪਰ ਹੁਣ ਉਹਨਾਂ ਦੀ ਡਿਟੇਲ ਹੈ ਜੋ ਸਟੇਟ ਇੰਸ਼ੋਰਰ ਹੈ, ਕਿਉਂਕਿ ਜੋ ਭਾਰਤ ਸਰਕਾਰ ਵੱਲੋਂ ਹਰ ਇੱਕ ਸਟੇਟ ਨੂੰ ਇੱਕ ਸਪੈਸੀਫਿਕ ਇੱਕ ਇੰਸ਼ੋਰਰ ਯਾਨੀ ਕਿ ਬੀਮਾ ਕੰਪਨੀ ਅਲਾਟ ਕੀਤੀ ਗਈ ਹੈ, ਜੋ ਕਿ ਉਸਦੇ ਬੀਮਾ, ਜੋ ਉਸਦੇ ਸਟੇਟ ਦੇ ਵਿੱਚ ਬੀਮਾ ਹੋ ਰਿਹਾ ਹੈ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਬੀਮਾ ਹੋਵੇ, ਪਰ ਖਾਸ ਕਰਕੇ ਜਿਹੜਾ ਮੋਟਰ ਵਾਹਨਾਂ ਦਾ ਬੀਮਾ ਹੈ ਉਸ ਦੀ ਜਾਣਕਾਰੀ ਰੱਖੇਗੀ। ਤੇ ਉਹ ਬੀਮਾ ਕੰਪਨੀ ਉਸ ਸਟੇਟ ਦੇ ਜਿਹੜਾ ਸਟੇਟ ਡਿਪਾਰਟਮੈਂਟ ਹੈ ਉਸ ਨੂੰ ਜਾਣਕਾਰੀ ਦੇਵੇਗੀ ਕਿ ਤੁਹਾਡੇ ਸਟੇਟ ਦੇ ਵਿੱਚ ਆਹ ਵਾਹਨ ਰਜਿਸਟਰ ਹੋਏ ਹਨ, ਪਰ ਇਹਨਾਂ ਦਾ ਥਰਡ ਪਾਰਟੀ ਬੀਮਾ ਹੋਇਆ ਨਹੀਂ ਹੋਇਆ। ਤਾਂ ਉਹ ਇਹ ਹੋ ਸਕਦਾ ਹੈ ਕਿ ਸਟੇਟ ਡਿਪਾਰਟਮੈਂਟ ਉਹਨਾਂ ਬੰਦਿਆਂ ਦੇ ਘਰੋਂ ਘਰੀ ਉਹਨਾਂ ਦੇ ਪਤੇ 'ਤੇ ਨੋਟਿਸ ਭੇਜੇ ਅਤੇ ਕੁਝ ਫਾਈਨ ਵੀ, ਜੁਰਮਾਨਾ ਵੀ ਲਗਾ ਸਕਦਾ ਹੈ ਵਾਹਨ ਦਾ ਬੀਮਾ ਨਾ ਹੋਣ ਦੀ ਸੂਰਤ ਦੇ ਵਿੱਚ। ਤਾਂ ਕਰਕੇ ਇਹ ਜ਼ਰੂਰੀ ਹੈ ਕਿ ਤੁਸੀਂ ਵੀ ਆਪਦੇ ਜਿਹੜੇ ਵਾਹਨ ਦਾ ਥਰਡ ਪਾਰਟੀ ਬੀਮਾ ਜ਼ਰੂਰ ਕਰਾ ਕੇ ਰੱਖੋ, ਕਿਉਂਕਿ ਇਹ ਸਿਰਫ ਇਹ ਨਹੀਂ ਹੈ ਕਿ ਅਸੀਂ ਪੁਲਿਸ ਦੇ ਚਲਾਨ ਤੋਂ ਬਚਣ ਲਈ ਕਰਵਾਉਣਾ ਹੈ। ਇਸ ਦੇ ਵਿੱਚ ਸਾਡਾ ਆਪਣਾ ਹੀ ਫਾਇਦਾ ਹੈ। ਜੇਕਰ ਸਾਹਮਣੇ ਵਾਲੇ ਦਾ ਸਾਡੇ ਹੱਥੋਂ, ਸਾਡੇ ਵਾਹਨ ਦੇ ਹੱਥੋਂ ਨੁਕਸਾਨ ਹੋ ਜਾਂਦਾ ਹੈ ਰੋਡ ਉੱਪਰ, ਤਾਂ ਉਸ ਦੀ ਭਰਪਾਈ ਬੀਮਾ ਕੰਪਨੀ ਵੱਲੋਂ ਕੀਤੀ ਜਾਂਦੀ ਹੈ। ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ, ਅਤੇ ਆਪਦੇ ਨੇੜਲੇ ਦੋਸਤਾਂ ਨੂੰ ਇਹ ਜਾਣਕਾਰੀ ਜ਼ਰੂਰ ਸਾਂਝੀ ਕਰੋ। ਇਸੇ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਹਾਂ। ਤੁਸੀਂ ਦੇਖਦੇ ਰਹੋ ABC ਪੰਜਾਬ। ਧੰਨਵਾਦ।